दादा जी। वाहिगुरु जी का खालसा वाहिगुरु जी के फतेह। मैं तुहाडा होस्ट तनवीर सिंह नेर। ਅੱਜ ਅਸੀਂ ਵਿਸਾਖੀ ਸਪੈਸ਼ਲ ਪ੍ਰੋਗਰਾਮ ਲੈ ਕੇ ਤੁਹਾਡਾ ਸੇਵਾ ਵਿੱਚ ਹਾਜ਼ਰ ਹੋਏ ਹਾਂ। ਵਿਸਾਖੀ ਦੇ ਲੱਖ ਲੱਖ ਵਧਾਇਆ ਜੀ। ਸੋ ਪਾਪਾ ਜੀ ਇਸ here in the studio। ਅਸੀਂ ਹੁਣ ਗੱਲਬਾਤ ਸ਼ੁਰੂ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜੀ ਪਾਪਾ ਜੀ। ਸਤਿ ਸ਼੍ਰੀ ਅਕਾਲ ਤਨਵੀਰ ਸਿੰਘ ਜੀ, ਕੀ ਹਾਲ ਚਾਲ ਹੈ ਤੁਹਾਡਾ? ਠੀਕ ਹੋ? ਹਾਂਜੀ ਮੈਂ ਠੀਕ ਹਾਂ। ਵਿਸਾਖੀ ਦੇ ਲੱਖ ਲੱਖ ਵਧਾਇਆ ਜੀ। ਤੁਹਾਨੂੰ ਵੀ ਬਹੁਤ ਬਹੁਤ ਬੇਟੇ ਵਧਾਈਆਂ। ਔਰ ਮੈਂ ਆਪਣੇ ਸਾਰੇ ਜਿੰਨੇ ਵੀ ਦਰਸ਼ਕ ਸਾਡਾ ਪ੍ਰੋਗਰਾਮ ਵੇਖ ਰਹੇ ਨੇ, ਮੇਰੇ ਦਾਦਾ ਜੀ, ਤੁਹਾਨੂੰ ਸਭ ਨੂੰ ਸਤਿ ਸ਼੍ਰੀ ਅਕਾਲ, ਨਮਸਕਾਰ ਅਤੇ ਸਲਾਮ ਅਰਜ਼ ਹੈ। ਵਿਸਾਖੀ ਦੀਆਂ ਬਹੁਤ 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 ਵਧਾਈਆਂ ਤੁਹਾਨੂੰ ਸਾਰਿਆਂ ਨੂੰ, ਕਿਉਂਕਿ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਵਿਸਾਖੀ ਦਾ ਦਿਹਾੜਾ ਬੜਾ ਸ਼ੁਭ ਦਿਹਾੜਾ ਹੈ ਔਰ ਖੁਸ਼ੀਆਂ ਭਰਿਆ ਦਿਹਾੜਾ ਹੈ। ਅਤੇ ਇਸ ਵਿਸਾਖੀ ਦੇ ਦਿਹਾੜੇ 'ਤੇ ਅਸੀਂ ਤੁਹਾਨੂੰ ਪਿਛਲੇ ਹਫ਼ਤੇ ਪ੍ਰੋਮਿਸ ਕੀਤਾ ਸੀਗਾ ਕਿ ਅਸੀਂ ਇੱਕ ਖਾਸ ਪ੍ਰੋਗਰਾਮ ਲੈ ਕੇ ਆਵਾਂਗੇ, ਸਪੈਸ਼ਲ ਪ੍ਰੋਗਰਾਮ ਲੈ ਕੇ ਆਵਾਂਗੇ। ਇਸ ਤੋਂ ਪਹਿਲਾਂ ਕਿ ਅਸੀਂ ਵਿਸਾਖੀ ਦੀ ਗੱਲਬਾਤ ਕਰੀਏ ਤੁਹਾਡੇ ਨਾਲ, ਪਲੀਜ਼ ਮੇਰੀ ਰਿਕੁਐਸਟ ਹੈ ਕਿ ਤੁਸੀਂ ਆਪਣੇ ਬੱਚਿਆਂ ਨੂੰ, ਆਪਣੇ ਪੋਤੇ ਪੋਤੀਆਂ ਨੂੰ, ਦੋਤੇ ਦੋਤੀਆਂ ਨੂੰ ਜ਼ਰੂਰ ਲੈ ਕੇ ਬੈਠੋ, ਤਾਂ ਕਿ ਤੁਹਾਨੂੰ ਤਾਂ ਪਤਾ ਹੈ ਸਾਡੇ ਜਿੰਨੇ ਵੀ ਭੈਣ ਭਰਾ ਨੇ ਸਾਰੇ ਵਿਸਾਖੀ ਬਾਰੇ ਜਾਣਦੇ ਨੇ, ਲੇਕਿਨ ਜਿਹੜੇ ਬੱਚੇ ਨੇ ਉਹਨਾਂ ਨੂੰ ਬਿਠਾਉਣਾ ਬਹੁਤ ਜ਼ਰੂਰੀ ਹੈ। ਉਹਨਾਂ ਨੂੰ ਵੀ ਪਤਾ ਲੱਗੇ ਕਿ ਵਿਸਾਖੀ ਦੇ ਪਿੱਛੇ ਕੀ ਇਤਿਹਾਸ ਹੈ, ਵਿਸਾਖੀ ਅਸੀਂ ਕਿਉਂ ਮਨਾਉਂਦੇ ਹਾਂ। ਇਸ ਤੋਂ ਪਹਿਲਾਂ ਕਿ ਅਸੀਂ ਵਿਸਾਖੀ ਦੀ ਗੱਲ ਕਰੀਏ, ਅਸੀਂ ਸ਼ੁਕਰਗੁਜ਼ਾਰ ਹਾਂ ਉਹਨਾਂ ਸਾਰੇ ਭੈਣ ਭਰਾਵਾਂ ਦਾ ਜਿਹੜੇ ਸਾਡੇ ਇਹ ਪ੍ਰੋਗਰਾਮ ਨੂੰ ਵੇਖ ਰਹੇ ਨੇ, ਸਬਸਕ੍ਰਾਈਬ ਕਰ ਰਹੇ ਨੇ, ਸ਼ੇਅਰ ਵੀ ਕਰਦੇ ਨੇ ਆਪਣੇ ਦੋਸਤਾਂ ਰਿਸ਼ਤੇਦਾਰਾਂ ਨੂੰ। ਔਰ ਅਸੀਂ ਸ਼ੁਕਰਗੁਜ਼ਾਰ ਹਾਂ ਆਪਣੇ ਸਪਾਂਸਰ ਦਾ, ਮਿਰਕਲ ਆਫ ਰੇਕੀ ਅਤੇ ਦਲਸਨ ਸੋਲਿਸਟਰ, ਜਿਹੜੇ ਕਿ ਬਰਮਿੰਘਮ 'ਚ ਹੈਗੇ ਨੇ। ਅਗਰ ਤੁਸੀਂ ਫੈਮਿਲੀ ਲਾਅ ਬਾਰੇ ਜਾਂ ਫਿਰ ਇਮੀਗ੍ਰੇਸ਼ਨ ਲਾਅ ਬਾਰੇ ਤੁਸੀਂ ਜਾਣਕਾਰੀ ਚਾਹੁੰਦੇ ਹੋ ਤਾਂ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਉਹਨਾਂ ਦਾ ਨੰਬਰ, ਉਹਨਾਂ ਦੀ ਸਾਰੀ ਡੀਟੇਲਸ ਦਿੱਤੀ ਹੈ, ਅਤੇ ਪਲੀਜ਼ ਤੁਸੀਂ ਉਹਨਾਂ ਨੂੰ ਫੋਨ ਕਰੋ ਅਤੇ ਆਪਣੀ ਜਿੰਨੀ ਵੀ ਤੁਸੀਂ ਐਡਵਾਈਸ ਚਾਹੁੰਦੇ ਹੋ ਅਤੇ ਇਸ ਬਾਰੇ ਅਤੇ ਤੁਸੀਂ ਜ਼ਰੂਰ ਉਹਨਾਂ ਨਾਲ ਫੋਨ ਕਰ ਸਕਦੇ। ਅਸੀਂ ਇੱਕ ਵਾਰੀ ਫਿਰ ਉਹਨਾਂ ਦਾ ਧੰਨਵਾਦ ਕਰਦੇ ਹਾਂ। ਸੋ ਵਿਸਾਖੀ ਦੀਆਂ ਬਹੁਤ ਬਹੁਤ ਵਧਾਈਆਂ ਮੇਰੇ ਤਨਵੀਰ ਸਿੰਘ ਜੀ। ਬਹੁਤ ਪਿਆਰੇ ਲੱਗ ਰਹੇ ਤੁਸੀਂ, ਕਾਲੀ ਦਸਤਾਰ ਬੰਨੀ ਹੈ, ਅੱਜ ਮੈਂ ਵੀ ਕਾਲੀ ਦਸਤਾਰ ਬੰਨੀ ਹੈ। ਹਾਂਜੀ। ਸੋ ਵਿਸਾਖੀ ਬਾਰੇ ਤੁਸੀਂ ਕੀ ਜਾਣਦੇ ਹੋ, ਕਿੰਨਾ ਕੁ ਜਾਣਦੇ ਹੋ? Well, Papa ji, I know a bit, but can you tell me like a lot more? ਤੁਸੀਂ ਪਿਛਲੇ ਹਫ਼ਤੇ ਥੋੜ੍ਹਾ ਜਿਹਾ ਮੈਂਸ਼ਨ ਕੀਤਾ ਸੀਗਾ ਕਿ ਵਿਸਾਖੀ ਜਿਹੜੀ ਹੈ ਖਾਲਸਾ ਪੰਥ ਦਾ ਜਨਮ ਦਿਹਾੜਾ ਹੈ। ਹਾਂਜੀ। ਗੁਰੂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ, 10ਵੇਂ ਪਾਤਸ਼ਾਹ ਨੇ ਖਾਲਸਾ ਪੰਥ ਦੀ ਨੀਂਹ ਰੱਖੀ ਔਰ ਸਿੰਘਾਂ ਦੀ ਕੌਮ ਦਾ ਆਗਾਜ਼ ਕੀਤਾ, ਸ਼ੇਰਾਂ ਦੀ ਕੌਮ ਦਾ ਆਗਾਜ਼ ਕੀਤਾ। ਮੈਂ ਤੁਹਾਨੂੰ ਵੀ ਦੱਸਦਾ ਔਰ ਜਿਹੜੇ ਸਾਡੇ ਸਾਹਮਣੇ ਬੱਚੇ ਬੈਠੇ ਨੇ ਛੋਟੇ ਛੋਟੇ, ਅਸੀਂ ਉਹਨਾਂ ਨੂੰ ਵੀ ਦੱਸਾਂਗੇ, ਕਿਉਂਕਿ ਸਾਡੇ ਜਿਹੜੇ ਬਜ਼ੁਰਗ ਬੈਠੇ ਨੇ, ਭੈਣ ਭਰਾ ਬੈਠੇ ਨੇ, ਉਹ ਤਾਂ ਸਾਰੇ ਜਾਣਦੇ ਨੇ ਇਸ ਇਤਿਹਾਸ ਨੂੰ। ਔਰ ਮੈਂ ਆਪਣੇ ਬੱਚਿਆਂ ਨੂੰ ਇਸ ਕਰਕੇ ਪੰਜਾਬੀ 'ਚ ਦੱਸਣਾ ਚਾਹੁੰਦਾ ਤਾਂ ਕਿ ਇੱਕ ਤਾਂ ਉਹਨਾਂ ਨੂੰ ਪੰਜਾਬੀ ਵੀ ਆਵੇ, ਪੰਜਾਬੀ ਵੀ ਸਿੱਖਣ ਔਰ ਪੰਜਾਬੀ ਦੇ ਵਿੱਚ ਅੰਡਰਸਟੈਂਡ ਵੀ ਕਰਨ, ਨਾਲੇ ਆਪਣੇ ਇਤਿਹਾਸ ਨਾਲ ਜਾਣੂ ਹੋਣ। ਸੋ ਵਿਸਾਖੀ 1699 ਇਹ ਜਿਹੜਾ ਸਾਲ ਸੀਗਾ, ਅਤੇ ਵਿਸਾਖ ਦਾ ਮਹੀਨਾ ਸੀ। ਤਰੀਕ ਕਈ ਵਾਰੀ ਅਸੀਂ 13 ਕਹਿੰਦੇ ਹਾਂ, ਅਤੇ ਹੁਣ ਸਹੀ ਤਾਰੀਖ ਕੀ ਹੈ ਇਤਿਹਾਸ ਜਾਣਦਾ, ਉਹਦੇ ਲਈ ਮੈਂ ਮਾਫੀ ਚਾਹੁੰਦਾ। ਸੋ ਵਿਸਾਖ ਦੇ ਮਹੀਨੇ ਦੇ ਵਿੱਚ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਅਨੰਦਪੁਰ ਸਾਹਿਬ ਦੇ ਵਿੱਚ ਬਹੁਤ ਸਾਰੇ ਲੋਕਾਂ ਦਾ ਇਕੱਠ ਕੀਤਾ, ਜਿਹਦੇ ਵਿੱਚ ਸਾਰੇ ਧਰਮਾਂ ਦੇ ਲੋਕ ਆਏ। ਔਰ ਉਹ ਇਕੱਠ ਕਿਉਂ ਕੀਤਾ? ਕਿਉਂਕਿ ਉਸ ਵੇਲੇ ਦੀ ਜਿਹੜੀ ਜ਼ਾਲਿਮ ਸਰਕਾਰ ਸੀ, ਜਿਹੜੇ ਜ਼ਾਲਿਮ ਹੁਕਮਰਾਨ ਸਨ, ਉਹ ਹਿੰਦੁਸਤਾਨ ਅਤੇ ਭਾਰਤੀਆਂ ਦੇ ਉੱਤੇ, ਜਿਹੜੇ ਭਾਰਤ 'ਚ ਵਸਦੇ ਲੋਕ ਸੀਗੇ, ਉਹਨਾਂ ਦੇ ਉੱਤੇ ਬੜੇ ਜ਼ੁਲਮ, ਬੜੇ ਤਸ਼ੱਦਦ ਕਰਦੇ ਸੀਗੇ, ਧੀਆਂ ਭੈਣਾਂ ਦੀਆਂ ਇੱਜ਼ਤਾਂ ਲੁੱਟਦੇ ਸੀਗੇ। ਅਤੇ ਯਾਨੀ ਇੰਨਾ ਕੁ ਜ਼ੁਲਮ ਹੁੰਦਾ ਸੀਗਾ ਕਿ ਪੂਰੀ ਦੁਨੀਆ ਜਿਹੜੀ ਆ ਬਹੁਤ ਡਰ ਦੇ ਨਾਲ, ਭੈ ਦੇ ਨਾਲ ਜੀ ਰਹੀ ਸੀ। ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜਿਹੜੇ ਕਿ 10ਵੇਂ ਸਾਡੇ ਗੁਰੂ ਨੇ, ਅਗਰ ਇਤਿਹਾਸ ਵੇਖੀਏ ਤਾਂ ਬਹੁਤ ਲੰਬਾ ਚੌੜਾ ਇਤਿਹਾਸ ਆ। ਉਹਨਾਂ ਨੇ ਆਪਣਾ ਪਰਿਵਾਰ ਵਾਰ ਦਿੱਤਾ ਆਪਣੇ ਧਰਮ ਲਈ, ਹਿੰਦੁਸਤਾਨ ਲਈ, ਧਰਮ ਲਈ, ਆਪਣੀ ਮਾਤਾ, ਆਪਣੇ ਪਿਤਾ, ਆਪਣੇ ਛੋਟੇ ਸਾਹਿਬਜ਼ਾਦੇ, ਵੱਡੇ ਸਾਹਿਬਜ਼ਾਦੇ ਔਰ ਲੱਖਾਂ ਹੀ ਸਿੰਘ ਸ਼ਹੀਦ ਕਰਵਾਏ। ਸੋ ਇਹ ਇਤਿਹਾਸ ਜਿਹੜਾ ਬੱਚਿਆਂ ਨੂੰ ਦੱਸਣਾ ਬਹੁਤ ਜ਼ਰੂਰੀ ਹੈ। ਇਹ ਜਿਹੜਾ ਇਕੱਠ ਹੋਇਆ ਅਨੰਦਪੁਰ ਸਾਹਿਬ ਦੇ ਵਿੱਚ ਵਿਸਾਖ ਦੇ ਮਹੀਨੇ 1699 ਦੇ ਵਿੱਚ, ਇਹਦੇ ਵਿੱਚ ਗੁਰੂ ਸਾਹਿਬ ਨੇ ਸਾਰੀਆਂ ਸੰਗਤਾਂ ਦੇ ਵਿੱਚ ਲਲਕਾਰ ਕੇ ਆਖਿਆ ਕਿ ਤੁਸੀਂ ਕਿਸੇ ਵੀ ਧਰਮ ਦੇ ਨਾਲ ਵਾਬਸਤਾ ਹੋ, ਲੇਕਿਨ ਤੁਹਾਡੀ ਇੱਕੋ ਹੀ ਜ਼ਾਤ ਹੈ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਫਰਮਾਉਂਦੇ ਨੇ ਕਿ ਮਾਨਸ ਕੀ ਜਾਤ ਸਭਾ ਏਕੋ ਪਹਿਚਾਨ ਬੋ। ਇਸ ਦਾ ਮਤਲਬ ਕਿ ਜਿੰਨੇ ਵੀ ਹਿਊਮਨ ਬੀਇੰਗਸ ਨੇ, ਜਿੰਨੀ ਵੀ ਦੁਨੀਆ ਹੈ, ਇਸ ਦੁਨੀਆ ਦੇ ਵਿੱਚ ਇਹਨਾਂ ਦਾ ਇੱਕੋ ਹੀ ਪਿਤਾ ਹੈ, ਇੱਕੋ ਹੀ ਮਾਲਿਕ ਹੈ। ਕੋਈ ਕਿਸੇ ਨੂੰ ਅੱਲਾ ਕਹਿੰਦਾ ਹੈ, ਕੋਈ ਵਾਹਿਗੁਰੂ ਕਹਿੰਦਾ, ਕੋਈ ਰਾਮ ਕਹਿੰਦਾ, ਅਤੇ ਤੁਸੀਂ ਉਸ ਦੀ, ਅਸੀਂ ਸਭ ਉਸ ਦੀ ਔਲਾਦ ਹਾਂ। ਹਾਂਜੀ, ਆਫ ਕੋਰਸ। ਉਹਨਾਂ ਨੇ ਉੱਥੇ 5 ਪਿਆਰਿਆਂ ਨੂੰ ਅੰਮ੍ਰਿਤ ਛਕਾਇਆ ਔਰ 5 ਪਿਆਰਿਆਂ ਨੇ ਫਿਰ ਗੁਰੂ ਸਾਹਿਬ ਨੂੰ ਅੰਮ੍ਰਿਤ ਛਕਾਇਆ।
ਔਰ ਅੰਮ੍ਰਿਤ ਛਕਾਉਣ ਵੇਲੇ ਉਹਨਾਂ ਨੇ ਕੁਝ ਸ਼ਰਤਾਂ ਰੱਖੀਆਂ ਕਿ ਤੁਸੀਂ 5 ਕਕਾਰ ਪਹਿਨਣੇ ਨੇ, ਜਿਵੇਂ ਕਿ ਕਛਹਿਰਾ, ਕੜਾ, ਕੰਘਾ, ਕੇਸ, ਕਿਰਪਾਨ। ਕਿਰਪਾਨ, ਹਾਂਜੀ। ਜਦੋਂ ਵੀ ਕੋਈ ਅੰਮ੍ਰਿਤ ਛਕਦਾ ਹੈ ਜਾਂ ਉਦੋਂ ਛਕਿਆ ਸੀ ਤੇ ਇਹ 5 ਨਿਸ਼ਾਨੀਆਂ ਸੀਗੀਆਂ। ਅੱਜ ਵੀ ਵਿਸਾਖੀ ਦੇ ਦਿਹਾੜੇ ਤੇ ਬਹੁਤ ਸਾਰੀਆਂ ਸੰਗਤਾਂ ਅੰਮ੍ਰਿਤ ਛਕਦੀਆਂ ਨੇ ਔਰ ਉਹਨਾਂ ਨੂੰ 5 ਕਕਾਰ ਬਖਸ਼ੇ ਜਾਂਦੇ ਨੇ। ਸੋ ਉਸ ਵੇਲੇ ਜਦੋਂ ਉਹਨਾਂ ਨੇ ਅੰਮ੍ਰਿਤ ਛਕਾਇਆ, ਖੁਦ ਵੀ ਛਕਿਆ, ਤੇ ਉਹਨਾਂ ਨੇ ਉਹਨਾਂ ਦੇ ਨਾਲ ਇੱਕ ਬੜੀ ਕਮਾਲ ਦੀ ਇੱਕ ਸ਼ਰਤ ਰੱਖੀ ਸੀ। ਹਾਂਜੀ। ਉਹਨਾਂ ਨੇ ਕਿਹਾ ਸੀ ਤੁਸੀਂ ਜ਼ਾਤ ਪਾਤ ਦਾ ਜ਼ਿਕਰ ਨਹੀਂ ਕਰਨਾ ਕਿ ਤੂੰ ਛੋਟੀ ਜ਼ਾਤ ਦਾ ਜਾਂ ਇਹ ਵੱਡੀ ਜ਼ਾਤ ਦਾ। ਹਾਂਜੀ, ਤੁਸੀਂ ਸਭ ਨੂੰ ਇੱਕੋ ਬਰਾਬਰ ਸਮਝਣਾ। ਔਰ ਜਿਹੜੀ ਇਹ ਤਲਵਾਰ ਮੈਂ ਤੁਹਾਨੂੰ ਦੇ ਰਿਹਾ, ਇਹ ਜ਼ੁਲਮ ਦੇ ਖਿਲਾਫ ਉਠਾਉਣੀ ਹੈ। ਜਦੋਂ ਤੁਹਾਡੇ ਤੇ ਕੋਈ ਅਟੈਕ ਕਰਦਾ, ਹਾਂਜੀ, ਤੁਹਾਡੇ ਨਾਲ ਕੋਈ ਜ਼ੁਲਮ ਕਰਦਾ, ਤੁਹਾਡੇ ਨਾਲ ਕੋਈ ਜਾਸਤੀ ਕਰਦਾ, ਤੁਸੀਂ ਉਦੋਂ ਕਿਰਪਾਨ ਚੁੱਕਣੀ ਹੈ। ਮਜ਼ਲੂਮ ਦੇ ਉੱਤੇ, ਗਰੀਬ ਦੇ ਉੱਤੇ ਹਾਂਜੀ, ਕਦੀ ਤਲਵਾਰ ਨਹੀਂ ਚੁੱਕਣੀ। ਸੋ ਅੱਜ ਅਸੀਂ ਅਗਰ ਗੱਲ ਕਰੀਏ ਕਿ ਸਾਡੀ ਸਿੱਖ ਕੌਮ ਦੇ ਵਿੱਚ ਬਹੁਤ ਸਾਰੀਆਂ ਕਮੀਆਂ ਵੀ ਨੇ, ਬਹੁਤ ਸਾਰੀਆਂ ਕਮਜ਼ੋਰੀਆਂ ਵੀ ਨੇ ਕਿ ਅਸੀਂ ਅੰਮ੍ਰਿਤ ਛਕ ਕੇ ਜ਼ਾਤਾਂ ਪਾਤਾਂ ਦੇ ਵਿੱਚ ਹਾਲੇ ਵੀ ਫਸੇ ਹੋਏ ਹਾਂ, ਜ਼ਾਤਾਂ ਪਾਤਾਂ ਨੂੰ ਹਾਲੇ ਵੀ ਮੰਨਦੇ ਹਾਂ, ਊਚ ਨੀਚ ਨੂੰ ਹਾਲੇ ਵੀ ਮੰਨਦੇ ਹਾਂ। ਹਾਂਜੀ, ਜਿਹੜਾ ਕਿ ਸਾਡੇ ਗੁਰੂਆਂ ਨੇ ਸਾਨੂੰ ਨਹੀਂ ਸਿਖਾਇਆ। ਸੋ ਇਸ ਚੀਜ਼ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਔਰ ਦੂਸਰੀ ਚੀਜ਼ ਇਹ ਹੈ ਕਿ ਜਦੋਂ ਵੀ ਮਤਲਬ ਅਸੀਂ ਗੁਰੂ ਘਰ ਜਾਂਦੇ ਹਾਂ ਜਾਂ ਗੁਰਦੁਆਰਾ ਸਾਹਿਬ ਜਾਂਦੇ ਹਾਂ ਜਾਂ ਫਿਰ ਕਿਸੇ ਵੀ ਧਰਮ ਦੀ ਗੱਲ ਕਰਦੇ ਤੇ ਸਾਨੂੰ ਕਿਸੇ ਵੀ ਧਰਮ ਬਾਰੇ ਬੁਰਾ ਨਹੀਂ ਬੋਲਣਾ ਚਾਹੀਦਾ। ਸਾਰੇ ਧਰਮ ਅੱਛੇ ਨੇ। ਜਿਹੜੇ ਉਸ ਵੇਲੇ ਦੇ ਜ਼ਾਲਮ ਹੁਕਮਰਾਨ ਸੀਗੇ ਉਹ ਇਸਲਾਮ ਦੇ ਨਾਲ ਬਿਲੋਂਗ ਕਰਦੇ ਸੀ, ਇਸਲਾਮ ਨੂੰ ਬਿਲੋਂਗ ਕਰਦੇ ਸੀ। ਲੇਕਿਨ ਗੁਰੂ ਸਾਹਿਬ ਨੂੰ ਕਈ ਸ਼ਰਾਰਤੀ ਲੋਕਾਂ ਨੇ, ਕੱਟੜ ਲੋਕਾਂ ਨੇ ਕਿਹਾ ਕਿ ਤੁਸੀਂ ਇਸਲਾਮ ਦੇ ਖਿਲਾਫ ਬੋਲਦੇ ਹੋ ਜਾਂ ਇਸਲਾਮ ਦੇ ਖਿਲਾਫ। ਗੁਰੂ ਸਾਹਿਬ ਜਾਂ ਸਾਡੇ 10 ਗੁਰੂ ਉਹ ਕਦੀ ਵੀ ਇਸਲਾਮ ਦੇ ਖਿਲਾਫ ਨਹੀਂ ਸਨ ਬੋਲੇ। ਉਹ ਅਗਰ ਬੋਲੇ ਤੇ ਜ਼ੁਲਮ ਦੇ ਖਿਲਾਫ, ਜਿਹੜੇ ਹੁਕਮਰਾਨ ਸਨ, ਜ਼ਾਲਮ ਹੁਕਮਰਾਨ ਸਨ, ਉਹਨਾਂ ਦੇ ਖਿਲਾਫ ਉਹਨਾਂ ਨੇ ਤਲਵਾਰ ਚੁੱਕੀ। ਅਗਰ ਉਹ ਇਸਲਾਮ ਦੇ ਖਿਲਾਫ ਹੁੰਦੇ ਤੇ ਫਿਰ ਸਾਡੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਾਬਾ ਸ਼ੇਖ ਫਰੀਦ ਸਾਹਿਬ ਜੀ ਦੀ ਬਾਣੀ ਨਹੀਂ ਸੀ ਹੋਣੀ। ਪੀਰ ਬੁੱਧੂ ਸ਼ਾਹ ਅਤੇ ਉਹਨਾਂ ਦੇ ਅਨੇਕਾਂ ਹੀ ਜਿਹੜੇ ਸ਼ਾਗਿਰਦ ਸਨ, ਚੇਲੇ ਸਨ, ਉਹ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਜੰਗ ਦੇ ਵਿੱਚ ਨਾ ਜਾਂਦੇ, ਉਹਨਾਂ ਦੀ ਹੈਲਪ ਨਾ ਕਰਦੇ, ਉਹਨਾਂ ਦੀ ਮਦਦ ਨਾ ਕਰਦੇ। ਅਗਰ ਉਹ ਇਸਲਾਮ ਦੇ ਖਿਲਾਫ ਹੁੰਦੇ ਤੇ ਸਾਈਂ ਮੀਆਂ ਮੀਰ ਹਰਮੰਦਰ ਸਾਹਿਬ ਦੀ ਫਾਊਂਡੇਸ਼ਨ ਕਿਵੇਂ ਰੱਖਦੇ? ਉਹਨਾਂ ਨੇ ਰੱਖੀ, ਉਹ ਵੀ ਮੁਸਲਮਾਨ ਸਨ। ਸੋ ਸਾਡੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਹੁਤ ਸਾਰੇ ਮੁਸਲਿਮ ਪੀਰਾਂ ਫਕੀਰਾਂ ਦੀ ਬਾਣੀ ਹੈ। ਅਗਰ ਉਹ ਇਸਲਾਮ ਦੇ ਖਿਲਾਫ ਹੁੰਦੇ ਤੇ ਚਮਕੌਰ ਸਾਹਿਬ ਦੀ ਜਦੋਂ ਗੜੀ ਦੇ ਵਿੱਚ ਜੰਗ ਹੋਇਆ ਤੇ ਗਨੀ ਖਾਂ ਤੇ ਮਨੀ ਖਾਂ, ਇੱਕ ਪਠਾਨ ਮੁਸਲਮਾਨ, ਦੋਨੋਂ ਭਰਾ ਸਨ, ਉਹਨਾਂ ਨੇ ਗੁਰੂ ਸਾਹਿਬ ਦੀ ਬੜੀ ਮਦਦ ਕੀਤੀ ਔਰ ਬੜੀ ਹੈਲਪ ਕੀਤੀ। ਇਸ ਕਰਕੇ ਇਹਨਾਂ ਲੋਕਾਂ, ਕੁਝ ਲੋਕਾਂ ਨੂੰ ਇਹ ਦੱਸਣਾ ਬਹੁਤ ਜ਼ਰੂਰੀ ਹੈ ਜਿਹੜੇ ਇਹ ਭੇਦ ਭਾਵ ਫੈਲਾਉਂਦੇ ਨੇ ਕਿ ਗੁਰੂ ਸਾਹਿਬ ਇਸਲਾਮ ਦੇ ਖਿਲਾਫ ਸਨ। ਗੁਰੂ ਸਾਹਿਬ ਕਦੀ ਵੀ ਇਸਲਾਮ ਦੇ ਖਿਲਾਫ ਨਹੀਂ ਸਨ, ਨਾ ਹੀ ਸਾਡੇ ਗੁਰੂ ਨਾਨਕ ਪਾਤਸ਼ਾਹ, ਨਾ ਹੀ 10 ਗੁਰੂ। ਸਾਡੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿਵੇਂ ਮੈਂ ਦੱਸਿਆ ਕਿ ਮੁਸਲਿਮ ਪੀਰਾਂ ਫਕੀਰਾਂ ਦੀ ਬਾਣੀ ਹੈ, ਅਸੀਂ ਬੜਾ ਸਤਿਕਾਰ ਕਰਦੇ ਹਾਂ। ਕੁਝ ਕੱਟੜ ਲੋਕ, ਸ਼ਰਾਰਤੀ ਲੋਕ ਜਿਹੜੇ ਕਿ ਇਸ ਚੀਜ਼ ਨੂੰ ਗਲਤ ਪੇਸ਼ ਕਰਦੇ ਨੇ। ਸੋ ਇਹ ਜਿਹੜੀ ਵਿਸਾਖੀ ਹੈ, ਇੱਕ ਤਾਂ ਇਹ ਪਹਿਲੂ ਹੈ ਕਿ ਖਾਲਸੇ ਦਾ ਜਨਮ ਹੋਇਆ, ਸ਼ੇਰਾਂ ਦੀ ਕੌਮ ਦਾ ਆਗਾਜ਼ ਹੋਇਆ। ਤੁਹਾਨੂੰ ਪਤਾ ਸਿੰਘ ਦਾ ਕੀ ਮਤਲਬ ਹੁੰਦਾ? ਹਾਂਜੀ, ਸ਼ੇਰ, ਲਾਇਨ। ਸਿੰਘ ਦਾ ਮਤਲਬ ਲਾਇਨ, ਸ਼ੇਰ ਯਾਨੀ ਬਹਾਦਰ। ਹਾਂਜੀ। ਔਰ ਕੌਰ, ਜਦੋਂ ਅਸੀਂ ਕਿਸੇ ਫੀਮੇਲ ਨੂੰ, ਔਰਤ ਨੂੰ ਕੌਰ ਕਹਿੰਦੇ, ਉਹਦਾ ਕੀ ਮਤਲਬ ਹੈ? ਕੁਈਨ। ਕੁਈਨ ਯਾਨੀ ਵਾਹ, ਕੀ ਬਾਤ ਹੈ, ਬਹੁਤ ਅੱਛੇ, ਬਹੁਤ ਅੱਛੇ। ਔਰ ਅਸੀਂ ਆਪਣੇ ਬੱਚਿਆਂ ਨੂੰ ਵੀ ਦੱਸਦੇ ਹਾਂ ਕਿ ਕੌਰ ਦਾ ਮਤਲਬ ਹੈ ਕੁਈਨ, ਰਾਣੀ, ਤੇ ਸਿੰਘ ਦਾ ਮਤਲਬ ਹੈ ਸ਼ੇਰ, ਲਾਇਨ। ਸੋ ਲਾਇਨ ਇਸ ਕਰਕੇ ਖਿਤਾਬ ਦਿੱਤਾ ਕਿ ਤੁਸੀਂ ਅੱਜ ਤੋਂ ਬਾਅਦ ਅੰਮ੍ਰਿਤ ਛਕ ਕੇ ਕਦੀ ਵੀ ਕੋਈ ਬੁਰਾ ਕੰਮ ਨਹੀਂ ਕਰਨਾ, ਜ਼ੁਲਮ ਦੇ ਖਿਲਾਫ ਲੜਨਾ, ਮਜ਼ਲੂਮਾਂ ਦੇ ਨਾਲ ਨਹੀਂ ਲੜਨਾ ਔਰ ਕਿਸੇ ਨੂੰ, ਗਰੀਬ ਨੂੰ ਤੰਗ ਨਹੀਂ ਕਰਨਾ, ਨਾ ਕਿਸੇ ਧੀ ਭੈਣ ਦੀ ਇੱਜ਼ਤ ਨੂੰ ਮੈਲੀ ਨਜ਼ਰ ਦੇ ਨਾਲ ਦੇਖਣਾ। ਇੱਕ ਤਾਂ ਇਹ ਪਹਿਲੂ ਹੈ। ਦੂਸਰਾ ਪਹਿਲੂ ਇਹ ਹੈ ਕਿ ਇਸ ਮਹੀਨੇ, ਵਿਸਾਖੀ ਦੇ ਮਹੀਨੇ, ਸਾਡੇ ਹਿੰਦੁਸਤਾਨ ਦੇ ਵਿੱਚ ਕਣਕਾਂ ਦੀ ਵਾਢੀ, ਫਸਲਾਂ ਦੀ ਵਾਢੀ ਹੁੰਦੀ ਹੈ ਤੇ ਜਿਹੜੇ ਸਾਡੇ ਕਿਸਾਨ ਭੈਣ ਭਰਾ ਨੇ, ਮਜ਼ਦੂਰ ਭੈਣ ਭਰਾ ਨੇ, ਜਿਹੜੇ ਖੇਤਾਂ ਵਿੱਚ ਕੰਮ ਕਰਦੇ ਨੇ, ਉਹ ਇਸ ਮਹੀਨੇ ਦੇ ਵਿੱਚ ਖੁਸ਼ੀਆਂ ਮਨਾਉਂਦੇ ਨੇ ਫਸਲ ਦੀ ਵਾਢੀ ਤੋਂ ਬਾਅਦ। ਔਰ ਬੜੇ ਬੜੇ ਕਲਚਰ, ਸੱਭਿਆਚਾਰਕ ਮੇਲੇ ਲੱਗਦੇ ਨੇ। ਹਾਂਜੀ। ਔਰ ਇੱਕ ਦਰਦਨਾਕ ਵਾਕਿਆ ਹੋਰ ਵੀ ਇਸ ਮਹੀਨੇ ਦੇ ਵਿੱਚ 13 ਤਾਰੀਖ ਨੂੰ ਜੁੜਿਆ ਹੋਇਆ, ਉਹ ਤੁਹਾਨੂੰ ਸ਼ਾਇਦ ਪਤਾ ਹੈ ਜਾਂ ਨਹੀਂ, ਉਹ ਹੈਗਾ ਜਲਿਆਂਵਾਲੇ ਬਾਗ ਦਾ ਸਾਕਾ। ਪਾਪਾ ਜੀ, can you tell me the story of the ਜਲਿਆਂਵਾਲਾ ਬਾਗ? ਜਲਿਆਂਵਾਲਾ ਬਾਗ ਅੰਮ੍ਰਿਤਸਰ ਦੇ ਵਿੱਚ ਹੈ। 13 ਅਪ੍ਰੈਲ 1919 ਨੂੰ ਇਹ ਜਿਹੜਾ ਵਾਕਿਆ ਹੋਇਆ, ਉਸ ਵੇਲੇ ਅੰਗਰੇਜ਼ ਸਰਕਾਰ ਹਿੰਦੁਸਤਾਨ 'ਤੇ ਰਾਜ ਕਰਦੀ ਸੀ ਔਰ ਜਿਹੜੇ ਸਾਡੇ ਲੋਕੀ ਸੀਗੇ, ਹਿੰਦੂ, ਮੁਸਲਿਮ, ਸਿੱਖ, ਈਸਾਈ, ਸਾਰੇ ਇਕੱਠੇ ਰਹਿੰਦੇ ਸੀ। ਉਹ ਆਪਣੇ ਦੇਸ਼ ਨੂੰ ਆਜ਼ਾਦ ਕਰਨ ਲਈ ਅੰਦੋਲਨ ਕਰਦੇ ਸੀ, ਪ੍ਰੋਟੈਸਟ ਕਰਦੇ ਸੀ। ਅਤੇ ਉਸ ਦਿਨ ਜਲਿਆਂਵਾਲੇ ਬਾਗ ਦੇ ਵਿੱਚ ਤਕਰੀਬਨ ਬਹੁਤ ਭਾਰੀ ਇਕੱਠ ਹੋਇਆ, 25-30 ਹਜ਼ਾਰ ਲੋਕਾਂ ਦਾ
ਜਿਹਦੇ ਵਿੱਚ ਸਾਰੇ ਧਰਮਾਂ ਦੇ ਲੋਕ ਸੀਗੇ, ਬੱਚੇ ਵੀ ਸੀਗੇ, ਬਜ਼ੁਰਗ ਵੀ ਸੀਗੇ। ਅਤੇ ਉਦੋਂ ਜਨਰਲ ਡਾਇਰ ਜਿਹੜਾ ਪੁਲਿਸ ਦਾ, ਆਰਮੀ ਦਾ ਜਿਹੜਾ ਹੈੱਡ ਸੀਗਾ ਇੰਗਲੈਂਡ ਦਾ, ਉਸਨੇ ਨਿਹੱਥੇ ਲੋਕਾਂ ਦੇ ਉੱਤੇ, ਬੈਠੇ ਲੋਕਾਂ ਦੇ ਉੱਤੇ ਗੋਲੀ ਦਾ ਹੁਕਮ ਦੇ ਕੇ ਬਹੁਤ ਸਾਰੇ ਲੋਕਾਂ ਨੂੰ ਮੌਤ ਦੀ ਘਾਟ ਉਤਾਰਿਆ। ਕਿਉਂ? ਉਹ ਇਸ ਕਰਕੇ ਕਿ ਤੁਸੀਂ ਪ੍ਰੋਟੈਸਟ ਨਾ ਕਰੋ, ਤੁਸੀਂ ਆਜ਼ਾਦੀ ਨਾ ਮੰਗੋ, ਤੁਸੀਂ ਹਿੰਦੁਸਤਾਨ ਨੂੰ ਆਜ਼ਾਦ ਕਰਾਉਣ ਵਾਸਤੇ ਕਿਉਂ ਤੁਸੀਂ ਸ਼ੋਰ ਮਚਾਇਆ, ਰੌਲਾ ਪਾਉਂਦੇ ਹੋ? ਕਿਉਂਕਿ ਉਹ ਰਾਜ ਕਰਦੇ ਸੀਗੇ ਔਰ ਇਸ ਕਰਕੇ ਲੋਕਾਂ ਨੇ ਪ੍ਰੋਟੈਸਟ ਕੀਤਾ। ਸੋ ਗੱਲ ਇਹ ਹੈ ਕਿ ਉਦੋਂ ਤਕਰੀਬਨ ਕੁਝ ਇਤਿਹਾਸ ਕਹਿੰਦੇ ਨੇ, ਕੁਝ ਕਿਤਾਬਾਂ ਇਹ ਕਹਿੰਦੀਆਂ ਨੇ ਕਿ 500 ਬੰਦੇ ਮਰੇ, ਕੁਝ ਕਹਿੰਦੇ 600, ਲੇਕਿਨ ਕਾਫੀ ਮੌਤਾਂ ਹੋਈਆਂ ਉੱਥੇ। ਔਰ ਜਦੋਂ ਤੂੰ ਜਾਏਗਾ ਅੰਮ੍ਰਿਤਸਰ, ਹਰਿਮੰਦਰ ਸਾਹਿਬ ਜਾਏਗਾ, ਤੇ ਉਸ ਦੇ ਨਾਲ ਹੀ ਗੋਲਡਨ ਟੈਂਪਲ ਦੇ ਨਾਲ ਹੀ ਜਲਿਆਂਵਾਲਾ ਬਾਗ ਹੈ, ਔਰ ਤੂੰ ਜ਼ਰੂਰ ਜਾਣਾ। ਹਾਂਜੀ, I ਔਰ can't wait ਤੂੰ to ਆਪਣੇ go. ਦੋਸਤਾਂ ਨੂੰ ਵੀ ਕਹਿ। Anji, you must go to there because it will be so nice for you and your family to go because it will be very nice there. ਹਾਂ, ਬਹੁਤ। ਸੋ ਇਹ ਸੀਗਾ ਜਲਿਆਂਵਾਲੇ ਦਾ ਸਾਕਾ, ਜਿਹੜਾ ਕਿ 13 ਅਪ੍ਰੈਲ 1919 ਨੂੰ ਵਾਪਰਿਆ। ਔਰ ਉਹਦਾ ਬਦਲਾ ਲੈਣ ਲਈ ਫਿਰ ਸ਼ਹੀਦ ਊਧਮ ਸਿੰਘ ਇੰਗਲੈਂਡ ਗਿਆ। ਉਸਨੇ ਕਾਫੀ ਸਮਾਂ ਉੱਥੇ ਗੁਜ਼ਾਰਿਆ, ਲੇਕਿਨ ਉਦੋਂ ਤੱਕ ਜਨਰਲ ਡਾਇਰ ਦੀ ਮੌਤ ਹੋ ਚੁੱਕੀ। ਬੜੀ ਭੈੜੀ ਮੌਤ ਹੋਈ ਉਹਨੂੰ, ਬੜੀ ਬੁਰੀ ਤਰ੍ਹਾਂ ਮਰਿਆ, ਉਹਨੂੰ ਕੀੜੇ ਪੈ ਗਏ ਸੀਗੇ ਔਰ ਉਹ ਬਹੁਤ ਖਤਰਨਾਕ ਬਿਮਾਰੀ ਦੇ ਨਾਲ ਮਰਿਆ। ਲੇਕਿਨ ਉਹਦੇ ਥੱਲੇ ਜਿਹੜਾ ਜਨਰਲ ਸੀਗਾ, ਜਿਹੜਾ ਉਹਦੇ ਨਾਲ ਮਤਲਬ ਛੋਟਾ ਆਫੀਸਰ ਸੀ, ਤੇ ਉਸ ਨੂੰ ਸ਼ਹੀਦ ਊਧਮ ਸਿੰਘ ਔਰ ਉਸਨੇ ਸ਼ਹਾਦਤ ਪਾਈ। ਅੱਜ ਵੀ ਅਸੀਂ ਸ਼ਹੀਦ ਊਧਮ ਸਿੰਘ ਨੂੰ ਮਤਲਬ ਸਲੂਟ ਕਰਦੇ ਹਾਂ, ਉਹਨਾਂ ਨੂੰ ਸਲਾਮ ਕਰਦੇ ਹਾਂ, ਉਹਨਾਂ ਨੂੰ ਨਮਸਕਾਰ ਕਰਦੇ ਹਾਂ। ਸ਼ਹੀਦ ਊਧਮ ਸਿੰਘ ਦਾ ਜੀ ਦਾ ਨਾਮ ਸੁਣਿਆ ਨਾ ਤੁਸੀਂ? ਹਾਂ। ਸੋ ਇਹ ਕੁਛ ਪਹਿਲੂ ਨੇ ਵਿਸਾਖੀ ਬਾਰੇ। ਸੋ ਬੇਟਾ ਜੀ, ਅਸੀਂ ਜਦੋਂ ਵਿਸਾਖੀ ਮਨਾਉਂਦੇ ਸੀ ਛੋਟੇ ਛੋਟੇ, ਹਾਂਜੀ, ਅਤੇ ਸਾਨੂੰ ਤਾਂ ਕਲਚਰ ਮੇਲੇ ਹੁੰਦੇ ਸੀ, ਸੱਭਿਆਚਾਰਕ ਮੇਲੇ ਹੁੰਦੇ ਸੀਗੇ ਉੱਥੇ, ਅਤੇ ਬੜਾ ਅਸੀਂ ਮਜ਼ਾ ਲੈਣਾ, ਖਾਣਾ ਪੀਣਾ, ਅਸੀਂ ਮੇਲਿਆਂ ਦੇ ਵਿੱਚ ਜਾਣਾ। ਹਾਂਜੀ, ਮੈਂ ਫਿਰ ਗਰਜੇਲਾ ਵੀ ਖਾਂਦਾ ਹੁੰਦਾ ਸੀਗਾ। ਗਰਜੇਲਾ ਪਤਾ ਕਿਹਨੂੰ ਕਹਿੰਦੇ? ਹਾਂਜੀ, ਹਾਂ, ਗਰਜੇਲਾ ਗਾਜਰਾਂ ਦਾ ਬਣਿਆ ਹੁੰਦਾ ਅਤੇ ਬਹੁਤ ਮਿੱਠਾ ਹੁੰਦਾ, ਬੜਾ ਵਧੀਆ ਹੁੰਦਾ। ਕੁਛ ਲੋਕ ਕਾਲਾ ਗਰਜੇਲਾ ਵੀ ਬਣਾਉਂਦੇ ਆ। ਹਾਂਜੀ, ਸੋ ਬੜੀਆਂ ਮਤਲਬ ਵਧੀਆ ਵਧੀਆ ਚੀਜ਼ਾਂ ਅਸੀਂ ਖਾਂਦੇ ਹੁੰਦੇ ਸੀ ਮੇਲਿਆਂ ਦੇ ਵਿੱਚ ਜਾ ਕੇ। ਸੋ ਇਹ ਸੀਗਾ ਵਿਸਾਖੀ ਦਾ ਜਿਹੜਾ ਮਤਲਬ ਇਤਿਹਾਸ। ਔਰ ਉਮੀਦ ਹੈ ਕਿ ਜਿੰਨੇ ਸਾਡੇ ਬੱਚੇ ਨੇ, ਜਿੰਨੇ ਸਾਡੇ ਮਤਲਬ ਭੈਣ ਭਰਾਵਾਂ ਨੂੰ ਤਾਂ ਸਾਰਿਆਂ ਨੂੰ ਪਤਾ ਹੈ, ਬੱਚਿਆਂ ਨੇ ਅੱਜ ਇਸ ਵਿਸਾਖੀ ਦਾ ਇਤਿਹਾਸ ਬਹੁਤ ਵੱਡਾ ਹੈ। ਮੈਂ ਆਪਣੇ ਪਿਆਰੇ ਬੱਚਿਆਂ ਨੂੰ ਦੱਸਣਾ ਚਾਹੁੰਦਾ, ਲੇਕਿਨ ਅਸੀਂ ਮੁਕਤਸਰ ਜਿਹਾ ਛੋਟਾ ਜਿਹਾ ਅਸੀਂ ਤੁਹਾਨੂੰ ਦੱਸਿਆ, ਅਤੇ ਉਮੀਦ ਹੈ ਕਿ ਤੁਸੀਂ ਇਸ ਵਿਸਾਖੀ ਦੇ ਬਾਰੇ ਤੁਸੀਂ ਖੂਬ ਜਾਣਿਆ ਹੋਣਾ। Papa ji, ਜੀ, you know, you've told me how you celebrated Vaisakhi when you were in India, but like, what did you do with your family and where did you go? Did you go anywhere special? ਜੀ ਜੀ, ਅਸੀਂ ਆਨੰਦਪੁਰ ਸਾਹਿਬ ਜਾਂਦੇ ਸੀ, ਜਿੱਥੇ ਗੁਰੂ ਗੋਬਿੰਦ ਸਿੰਘ ਜੀ ਨੇ ਪੰਜ ਪਿਆਰਿਆਂ ਨੂੰ ਅੰਮ੍ਰਿਤ ਛਕਾਇਆ ਸੀ। ਅੱਜ ਤਾਂ ਉੱਥੇ ਬਹੁਤ ਵੱਡੇ ਵੱਡੇ ਗੁਰੂ ਘਰ ਨੇ, ਗੁਰਦੁਆਰਾ ਸਾਹਿਬ ਨੇ, ਔਰ ਤੁਸੀਂ ਦੇਖਿਓ ਕਿ ਉੱਥੇ ਬਹੁਤ ਦੁਨੀਆ ਇਕੱਠੀ ਹੁੰਦੀ ਹੈ। ਬੜੀ ਦੂਰੋਂ ਦੂਰੋਂ ਇੰਗਲੈਂਡ, ਕੈਨੇਡਾ, ਅਮਰੀਕਾ ਤੋਂ, ਯੂਰਪ ਤੋਂ ਦੁਨੀਆ ਜਾਂਦੀ ਹੈ ਔਰ ਉੱਥੇ ਮੱਥਾ ਟੇਕਣ ਜਾਂਦੀ ਹੈ, ਔਰ ਉਸ ਧਰਤੀ ਨੂੰ ਸਲਾਮ ਕਰਦੇ ਆ ਲੋਕੀ। ਹਾਂਜੀ, ਔਰ ਅੰਮ੍ਰਿਤ ਛਕਾਇਆ ਜਾਂਦਾ ਉੱਥੇ ਬੜਾ ਭਾਰੀ ਸੰਗਤਾਂ ਨੂੰ, ਔਰ ਬੜਾ ਅੱਛਾ ਮਾਹੌਲ ਹੁੰਦਾ। ਤੁਸੀਂ ਵੀ ਜਦੋਂ ਕਦੀ ਮੌਕਾ ਮਿਲਿਆ ਤਾਂ ਤੁਸੀਂ ਆਪਣੇ ਡੈਡੀ ਨੂੰ, ਮੰਮੀ ਨੂੰ, ਆਪਣੀ ਦਾਦੀ ਜੀ ਨੂੰ ਅਤੇ ਤੁਸੀਂ ਕਿਹੋ, ਅਤੇ ਮੈਨੂੰ ਵੀ ਲੈ ਚਲਿਓ ਨਾਲ। Hanji, of course, I want to go as soon as lockdown's over. I want to go straight away. ਜ਼ਰੂਰ ਜ਼ਰੂਰ ਜਾਣਾ। ਆਨੰਦਪੁਰ ਸਾਹਿਬ ਤਾਂ ਜਾਈਦਾ। ਮੈਨੂੰ ਸਾਡੇ ਗੋਬਿੰਦਗੜ੍ਹ ਤੋਂ, ਜਿੱਥੇ ਮੈਂ ਰਹਿੰਦਾ, ਤੂੰ ਤਾਂ ਕਦੀ ਗਿਆ ਨਹੀਂ, ਸਾਡੇ ਉੱਥੋਂ ਚਮਕੌਰ ਸਾਹਿਬ, ਮਾਛੀਵਾੜਾ ਬਹੁਤ ਨਜ਼ਦੀਕ ਉੱਥੇ, ਜਿੱਥੇ ਗੁਰੂ ਗੋਬਿੰਦ ਸਿੰਘ ਜੀ ਨੇ ਚਮਕੌਰ ਸਾਹਿਬ ਦੀ ਗੜੀ ਦੇ ਵਿੱਚ ਜੰਗ ਕੀਤੀ, ਵੱਡੇ ਸਾਹਿਬਜ਼ਾਦੇ ਸ਼ਹੀਦ ਹੋਏ ਉੱਥੇ। ਅਤੇ ਇੱਕ ਸ਼ਬਦ ਤੂੰ ਬਚਪਨ ਦੇ ਵਿੱਚ ਗਾਉਂਦਾ ਹੁੰਦਾ ਸੀਗਾ, ਜਿਹੜਾ ਕਿ ਦਸਮ ਗ੍ਰੰਥ ਦੇ ਵਿੱਚ ਹੈ, ਖਿਆਲ ਪਾਤਸ਼ਾਹੀ 10ਵੀਂ ਦਾ, ਮਿੱਤਰ ਪਿਆਰੇ ਨੂੰ ਹਾਲ ਮੁਰੀਦ। ਤੈਨੂੰ ਯਾਦ ਹੈ? ਹਾਂਜੀ, ਤੁਸੀਂ ਗੁਰਦੁਆਰੇ ਦੇ ਵਿੱਚ ਵੀ ਗਾਇਨ ਕੀਤਾ ਸੀਗਾ। I used to always sing that, especially on Vaisakhi. Papa ji, can we listen to it? ਮਤਲਬ ਮੈਂ ਸੁਣਾਵਾਂ ਹੁਣ ਤੁਹਾਨੂੰ? ਹਾਂਜੀ। ਅਤੇ ਇਹਦੇ ਲਈ ਆਪਾਂ ਨੂੰ ਦੂਸਰੇ ਸਟੂਡੀਓ 'ਚ ਜਾਣਾ ਪੈਣਾ। ਚੱਲੀਏ ਆਪਾਂ ਥੋੜ੍ਹੀ ਦੇਰ ਲਈ ਫਿਰ? Okay, yeah, ਹਾਂਜੀ, let's go. ਮਿੱਤਰ ਪਿਆਰੇ ਨੂੰ ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ, ਮਿੱਤਰ ਪਿਆਰੇ ਨੂੰ ਮਿੱਤਰ ਪਿਆਰੇ ਨੂੰ
ਹਾਲ ਮੁਰੀਦ ਦਾ ਕਹਿਣਾ ਮਿੱਤਰ ਪਿਆਰੇ ਨੂੰ। ਯਾਰੜੇ ਦਾ ਸਾਨੂੰ ਸੱਥਰ ਚੰਗਾ ਯਾਰੜੇ ਦਾ ਸਾਨੂੰ ਸੱਥਰ ਚੰਗਾ ਪੱਠ ਖੇੜਿਆਂ ਦਾ ਰੇੜਾ ਮਿੱਤਰ ਪਿਆਰੇ ਨੂੰ। ਹਾਲ ਮੁਰੀਦ ਦਾ ਕਹਿਣਾ ਮਿੱਤਰ ਪਿਆਰੇ ਨੂੰ। ਤੁਧ ਬਿਨ ਰੋਗ ਰਜਾਈਆਂ ਦਾ ਢਲ ਤੁਧ ਬਿਨ ਰੋਗ ਰਜਾਈਆਂ ਦਾ ਢਲ ਨਾਗ ਨਿਵਾਸ ਦਰੜਾ ਮਿੱਤਰ ਪਿਆਰੇ ਨੂੰ। ਹਾਲ ਮੁਰੀਦ ਦਾ ਕਹਿਣਾ ਮਿੱਤਰ ਪਿਆਰੇ ਨੂੰ। ਸੂਲ ਸੁਰਾਹੀ ਖੰਜਰ ਪਿਆਲਾ ਸੂਲ ਸੁਰਾਹੀ ਖੰਜਰ ਪਿਆਲਾ ਬਿੰਗ ਕਸਾਇਆ ਦਸੜਾ ਮਿੱਤਰ ਪਿਆਰੇ ਨੂੰ। ਮਿੱਤਰ ਪਿਆਰੇ ਨੂੰ। ਹਾਲ ਮੁਰੀਦ ਦਾ ਕਹਿਣਾ ਮਿੱਤਰ ਪਿਆਰੇ ਨੂੰ। ਸੂਲ ਸੁਰਾਹੀ ਖੰਜਰ ਪਿਆਲਾ ਸੂਲ ਸੁਰਾਹੀ ਖੰਜਰ ਪਿਆਲਾ ਬਿੰਗ ਕਸਾਇਆ ਦਸੜਾ ਮਿੱਤਰ ਪਿਆਰੇ ਨੂੰ। ਹਾਲ ਮੁਰੀਦ ਦਾ ਕਹਿਣਾ ਮਿੱਤਰ ਪਿਆਰੇ ਨੂੰ। ਮਿੱਤਰ ਪਿਆਰੇ ਨੂੰ। ਮਿੱਤਰ ਪਿਆਰੇ ਨੂੰ। Papa ji, that was really nice. ਇਹ ਬਹੁਤ ਪਿਆਰਾ ਸ਼ਬਦ ਹੈ ਬੇਟੇ। ਹਾਂਜੀ। ਜਿਵੇਂ ਕਿ ਮੈਂ ਪਹਿਲਾਂ ਦੱਸਿਆ ਇਹ ਸ਼ਬਦ 10ਵੇਂ ਗ੍ਰੰਥ ਦੇ ਵਿੱਚ ਹੈ, ਖਿਆਲੇ ਪਾਤਸ਼ਾਹੀ 10ਵੀਂ। ਤੇ ਇਹ ਬੜਾ ਦਰਦਨਾਕ ਸ਼ਬਦ ਹੈ। ਜਦੋਂ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਮਾਛੀਵਾੜੇ ਦੇ ਜੰਗਲਾਂ ਦੇ ਵਿੱਚ ਜੰਗ ਤੋਂ ਬਾਅਦ ਸੁੱਤੇ ਪਏ ਨੇ ਤੇ ਉਹਨਾਂ ਨੂੰ ਇਹ ਖਿਆਲ, ਇਹ ਉਹਨਾਂ ਨੂੰ ਉਸ ਪਰਮਾਤਮਾ ਦੇ ਨਾਲ ਜਿਹੜੀ ਰੂਹਾਨੀ ਗੱਲਬਾਤ ਹੋਈ। ਮਿੱਤਰ ਪਿਆਰੇ ਪਰਮਾਤਮਾ ਨੂੰ, ਪਰਵਰਦਿਗਾਰ ਨੂੰ ਕਿਹਾ ਉਹਨਾਂ ਨੇ, ਸੱਚੇ ਪਾਤਸ਼ਾਹ ਨੂੰ ਕਿਹਾ ਕਿ ਹੈ ਮੇਰੇ ਮਿੱਤਰ ਪਿਆਰੇ, ਹੈ ਮੇਰੇ ਪਰਵਰਦਿਗਾਰ, ਤੂੰ ਜਿਸ ਰਜ਼ਾ ਦੇ ਵਿੱਚ ਮੈਨੂੰ ਤੂੰ ਦੱਸਿਆ ਰੱਖਿਆ ਤੇ ਮੈਂ ਉਸ ਰਜ਼ਾ ਦੇ ਵਿੱਚ ਖੁਸ਼ ਹਾਂ।
ਇਹ ਬੜਾ ਦਰਦਨਾਕ ਵਾਕਿਆ ਕਿਸੇ ਦਿਨ ਫਿਰ ਆਪਾਂ ਡਿਸਕਸ ਕਰਾਂਗੇ। ਚਮਕੌਰ ਸਾਹਿਬ ਦੀ ਗੜੀ ਦਾ ਜਿਹੜਾ ਵਾਕਿਆ ਹੈ ਅਸੀਂ ਫਿਰ ਕਿਸੇ ਦਿਨ ਆਪਣੇ ਬੱਚਿਆਂ ਦੇ ਨਾਲ, ਆਪਣੇ ਪੋਤੇ ਪੋਤੀਆਂ ਨਾਲ, ਦੋਤੇ ਦੋਤੀਆਂ ਨਾਲ ਅਸੀਂ ਸਾਂਝਾ ਕਰਾਂਗੇ। ਸੋ ਬਹੁਤ ਬਹੁਤ ਸ਼ੁਕਰੀਆ ਇੱਕ ਵਾਰੀ ਫਿਰ ਤੁਸੀਂ ਮੈਨੂੰ ਆਪਣੇ ਸਟੂਡੀਓ ਦੇ ਵਿੱਚ ਬੁਲਾਇਆ, ਤੇ ਮੈਂ ਆਪਣੇ ਸਾਰੇ ਭੈਣ ਭਰਾਵਾਂ ਨੂੰ, ਬੱਚਿਆਂ ਨੂੰ ਵਿਸਾਖੀ ਦੀਆਂ ਬਹੁਤ ਬਹੁਤ ਵਧਾਈਆਂ ਪੇਸ਼ ਕਰਦਾ ਹਾਂ। 400 ਸਾਲਾ ਗੁਰੂ ਤੇਗ ਬਹਾਦਰ ਜੀ ਦਾ ਗੁਰਪੁਰਬ ਆ ਰਿਹਾ, ਬੜੀ ਧੂਮ ਧਾਮ ਦੇ ਨਾਲ ਪੂਰੀ ਦੁਨੀਆ ਦੇ ਵਿੱਚ ਮਨਾਇਆ ਜਾ ਰਿਹਾ। ਅਸੀਂ ਉਸ ਬਾਰੇ ਵੀ ਤੁਹਾਨੂੰ ਦੱਸਾਂਗੇ। ਔਰ ਰਮਜ਼ਾਨ ਵੀ ਸ਼ੁਰੂ ਹੋਏ ਨੇ ਇਸ ਮਹੀਨੇ, ਅੱਜ ਕੱਲ੍ਹ ਦੇ ਵਿੱਚ, ਅਤੇ ਜਿੰਨੇ ਵੀ ਸਾਡੀ ਮੁਸਲਿਮ ਭੈਣ ਭਰਾ ਨੇ ਅਸੀਂ ਰਮਜ਼ਾਨ ਦੀਆਂ ਵੀ ਉਹਨਾਂ ਨੂੰ ਮੁਬਾਰਕਾਂ ਦਿੰਦੇ ਹਾਂ। ਸੋ ਅਸੀਂ ਇੱਕ ਵਾਰੀ ਫਿਰ ਧੰਨਵਾਦ ਕਰਦੇ ਹਾਂ ਮਿਰਕਲ ਆਫ ਰੇਕੀ ਜਿਹੜੇ ਕਿ ਸਾਡੇ ਸਪਾਂਸਰ ਨੇ, ਔਰ ਦਲਸਨ ਸੋਲਿਸਟਰ ਜਿਹੜੇ ਕਿ ਫੈਮਿਲੀ ਲਾਅ ਅਤੇ ਇਮੀਗ੍ਰੇਸ਼ਨ ਲਾਅ ਦੇ ਮਾਹਿਰ ਨੇ। ਅਗਰ ਤੁਸੀਂ ਕੋਈ ਵੀ ਐਡਵਾਈਸ ਚਾਹੁੰਦੇ ਹੋ ਤਾਂ ਪਲੀਜ਼ ਤੁਸੀਂ ਉਹਨਾਂ ਨੂੰ ਜ਼ਰੂਰ ਫੋਨ ਕਰੋ, ਜਿਹੜੇ ਬਰਮਿੰਘਮ ਬੇਸ ਨੇ। ਉਹਨਾਂ ਦਾ ਪਤਾ, ਉਹਨਾਂ ਦਾ ਐਡਰੈਸ, ਉਹਨਾਂ ਦਾ ਟੈਲੀਫੋਨ ਨੰਬਰ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਦਿੱਤਾ ਜਾ ਰਿਹਾ। ਸੋ ਇੱਕ ਵਾਰੀ ਫਿਰ ਅਸੀਂ ਤੁਹਾਡਾ ਸਭ ਦਾ ਧੰਨਵਾਦ ਕਰਦੇ ਹਾਂ ਕਿ ਤੁਸੀਂ ਸਾਡੇ ਪ੍ਰੋਗਰਾਮ ਨੂੰ ਵੇਖਦੇ ਹੋ, ਸ਼ੇਅਰ ਕਰਦੇ ਹੋ, ਸਬਸਕ੍ਰਾਈਬ ਕਰਦੇ ਹੋ। ਇੱਕ ਸਾਡੇ ਗੁਪਤ ਵੀਰ ਜੀ ਨੇ, ਬੜੇ ਸਤਿਕਾਰ ਵੀਰ ਜੀ ਨੇ, ਉਹਨਾਂ ਨੇ ਵੀ ਸਾਡਾ ਇਹ ਪ੍ਰੋਗਰਾਮ ਸਪਾਂਸਰ ਕਰਵਾਇਆ। ਸੋ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ। ਉਹਨਾਂ ਨੇ ਕਿਹਾ ਸੀਗਾ ਕਿ ਉਹਨਾਂ ਦਾ ਨਾਂ ਨਾ ਲਈਏ, ਬਹਰਹਾਲ ਅਸੀਂ ਦਿਲੋਂ ਉਹਨਾਂ ਦਾ ਸਤਿਕਾਰ ਕਰਦੇ ਹਾਂ। ਬਹੁਤ ਬਹੁਤ ਸ਼ੁਕਰੀਆ ਦੋਸਤੋ। ਤੁਸੀਂ ਆਪਣਾ ਖਿਆਲ ਰੱਖਿਓ ਔਰ ਆਪਣੇ ਬਜ਼ੁਰਗਾਂ ਦਾ, ਆਪਣੇ ਬੱਚਿਆਂ ਦਾ ਵੀ ਖਿਆਲ ਰੱਖਿਓ। ਵਿਸਾਖੀ ਮਨਾਓ ਔਰ ਖੁਸ਼ੀਆਂ ਦੇ ਨਾਲ, ਔਰ ਪੂਰੀ ਦੁਨੀਆ ਦੇ ਵਿੱਚ ਇਹ ਜ਼ਾਤਾਂ ਪਾਤਾਂ ਧਰਮਾਂ ਛੱਡ ਕੇ, ਧਰਮਾਂ ਨੂੰ ਮਤਲਬ ਮੇਰੇ ਕਹਿਣ ਤੋਂ ਮਤਲਬ ਕਿ ਅਸੀਂ ਕਿਸੇ ਦੇ ਧਰਮ ਨੂੰ ਅਸੀਂ ਬੁਰਾ ਨਹੀਂ ਕਹਿਣਾ। ਗੁਰੂ ਪਾਤਸ਼ਾਹ ਫਰਮਾਉਂਦੇ ਨੇ ਵੀ ਕਿਸੇ ਦੇ ਧਰਮ ਨੂੰ ਅਸੀਂ ਬੁਰਾ ਨਹੀਂ ਕਰਨਾ। ਸੋ ਤੁਸੀਂ ਖੁਸ਼ੀਆਂ ਦੇ ਨਾਲ ਵਿਸਾਖੀ ਮਨਾਓ। ਸਾਨੂੰ ਦਿਓ ਇਜਾਜ਼ਤ, ਅਸੀਂ ਅਗਲੇ ਹਫਤੇ ਫਿਰ ਮੁਲਾਕਾਤ ਤੁਹਾਡੇ ਨਾਲ ਹੋਵੇਗੀ। ਤਨਵੀਰ ਜੀ ਮੈਨੂੰ ਦਿਓ ਇਜਾਜ਼ਤ। ਥੈਂਕ ਯੂ ਜੀ। You're welcome, Papa ji. Thank you. Thank you for watching our Vaisakhi special program. I hope you enjoyed it. Next time we'll be bringing you a different episode with a different topic. So please keep watching Mere Dadaji and continue to subscribe to our channel. Vaisakhi Diya Lak Lak Vidaya Ji. Sat Sri Akal ji.